हाँ जी, सत श्री अकाल सारिਆਂ ਨੂੰ। ਕਹਿੰਦਾ ਉਹ ਵੀ ਕੀ ਦਿਨ ਸੀ, ਵਿਗਿਆਨਕ ਰਾਸ਼ਟਰਪਤੀ ਸੀ ਤੇ ਅਰਥ ਸ਼ਾਸਤਰੀ ਪ੍ਰਧਾਨ ਮੰਤਰੀ, ਯਾਨੀ ਕਿ ਮਨਮੋਹਨ ਸਿੰਘ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਸੀਗਾ ਡਾਕਟਰ ਅਬਦੁਲ ਕਲਾਮ। ਸੋ ਦੋਸਤੋ, ਗੱਲ ਕਰਦੇ ਹਾਂ ਅੱਜ ਜਾਣਕਾਰੀ ਤੇ। ਗੱਲ ਤਾਂ ਕਰਦੇ ਹਾਂ ਕਿਉਂਕਿ ਕਰੋਨਾ ਬਹੁਤ ਜ਼ਿਆਦਾ ਚੱਲ ਰਿਹਾ ਹੈਗਾ ਤੇ ਪੂਰੀ ਦੁਨੀਆ ਦੇ ਵਿੱਚ ਲਾ ਲਓ, ਪੰਜਾਬ ਦੇ ਵਿੱਚ ਲਾ ਲਓ ਜਾਂ ਭਾਰਤ ਦੇ ਵਿੱਚ ਤਾਂ ਕਾਫੀ ਜ਼ਿਆਦਾ ਹਾਲਤ ਨਾਜ਼ੁਕ ਦੱਸੀ ਜਾ ਰਹੀ ਆ। ਸੋ ਇੱਥੇ ਆਪਾਂ ਗੱਲ ਕਰਦੇ ਹਾਂ ਪ੍ਰਧਾਨ ਮੰਤਰੀ ਰਾਸ਼ਟਰਪਤੀ ਸੀ। ਰਾਸ਼ਟਰਪਤੀ ਪ੍ਰਧਾਨ ਮੰਤਰੀ ਦਾ ਪੜ੍ਹਿਆ ਲਿਖਿਆ ਹੋਣਾ ਬਹੁਤ ਹੀ ਜ਼ਰੂਰੀ ਹੈ। ਜ਼ਰੂਰੀ ਨਹੀਂ, ਬਹੁਤ ਹੀ ਜ਼ਰੂਰੀ ਹੁੰਦਾ ਅਤੇ ਉਸ ਤੋਂ ਵੱਧ ਜ਼ਰੂਰੀ ਹੁੰਦਾ ਗਿਆਨ ਦਾ ਹੋਣਾ। ਗਿਆਨ ਦਾ ਹੋਣਾ ਬਹੁਤ ਜ਼ਰੂਰੀ ਹੈ। ਪੂਰੀ ਦੁਨੀਆ ਦਾ ਪਤਾ ਹੋਣਾ ਚਾਹੀਦਾ ਕਿੱਥੇ ਕੀ ਹੋ ਰਿਹਾ, ਕਿੱਥੇ ਕੀ ਹੋ ਰਿਹਾ ਅਤੇ ਕਾਸਤ ਹੋ ਰਿਹਾ ਤਾਂ ਅਤੇ ਇਹਦਾ ਕਾਰਨ ਕੀ ਸੀ, ਚੰਗਾ ਕੀ ਆ ਅਤੇ ਇਹਦਾ ਮਾੜਾ ਕੀ ਆ, ਅਤੇ ਨਤੀਜੇ ਕੀ ਹੋਣਗੇ ਅਤੇ ਕੀ ਹੋਣੇ ਚਾਹੀਦੇ ਨੇ। ਦੂਜੀ ਗੱਲ ਕਰਦੇ ਹਾਂ ਪੂਰੇ ਇੰਡੀਆ ਦੀ। ਇੰਡੀਆ ਦੇ ਪੂਰੇ ਢਾਂਚੇ ਦਾ ਆਪਾਂ ਨੂੰ ਪਤਾ ਹੋਣਾ ਚਾਹੀਦਾ, ਕਿੱਦਾਂ ਦੇ ਆਪਣੇ ਲੋਕ ਅਤੇ ਕਿੱਥੇ ਇੱਕ ਲੈਵਲ ਦੇ ਲੋਕ ਨੇ। ਅਤੇ ਸਾਨੂੰ ਹਮੇਸ਼ਾ ਇੱਕ ਸਹੀ ਇਨਸਾਨ ਦਾ ਸਾਥ ਦੇਣਾ ਚਾਹੀਦਾ, ਹਮੇਸ਼ਾ ਸੱਚਾਈ ਦਾ ਸਾਥ ਦੇਣਾ ਚਾਹੀਦਾ। ਸਾਨੂੰ ਦੇਖਣਾ ਚਾਹੀਦਾ ਕਸੂਰ ਕਿਸ ਦਾ, ਇਹ ਨਹੀਂ ਦੇਖਣਾ ਚਾਹੀਦਾ ਉਹ ਅਮੀਰ ਆ ਉਹ ਗਰੀਬ ਆ। ਹਮੇਸ਼ਾ ਕਸੂਰਵਾਰ ਨੂੰ ਸਮਝਾਉਣਾ ਚਾਹੀਦਾ, ਜੋ ਵੀ ਆ ਜਿੱਦਾਂ ਦੀ ਵੀ ਸਜ਼ਾ ਜਾਂ ਕੋਈ ਵੀ ਪਨਿਸ਼ਮੈਂਟ ਹੁੰਦੀ ਆ ਉਹਨੂੰ ਦੇਣੀ ਚਾਹੀਦੀ ਆ। ਸੋ ਦੂਜੀ ਗੱਲ ਕਰਦੇ ਹਾਂ ਆਪਾਂ ਨੂੰ ਪੁਰਾਣੇ ਸਮਿਆਂ ਬਾਰੇ ਨੌਲੇਜ ਹੋਣੀ ਚਾਹੀਦੀ ਹੈ, ਜਾਣਕਾਰੀ ਹੋਣੀ ਚਾਹੀਦੀ ਆ। ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਨੇ ਵੀ ਕਦੋਂ ਕਿੱਦਾਂ ਦੀ ਬਿਮਾਰੀ ਚੱਲੀ ਸੀ ਜਾਂ ਕਦੋਂ ਦੇ ਕਿੱਦਾਂ ਦੇ ਹਾਲਾਤ ਬਣੇ ਸੀ, ਕਿਸ ਨੇ ਹਾਲਾਤ ਪੈਦਾ ਕੀਤੇ ਸੀ, ਕਿਉਂ ਹੋਏ ਸੀ ਅਤੇ ਕਾਰਨ ਕੀ ਸੀ, ਕਿਵੇਂ ਰੁਕ ਸਕਦੇ ਸੀਗੇ। ਸਾਨੂੰ ਇਹਨਾਂ ਗੱਲਾਂ ਦਾ ਵੀ ਪਤਾ ਹੋਣਾ ਬਹੁਤ ਜ਼ਰੂਰੀ ਆ। ਤੀਜੀ ਗੱਲ, ਬਿਮਾਰੀਆਂ ਦੀ ਰੋਕਥਾਮ ਲਈ ਸਾਨੂੰ ਪਹਿਲਾਂ ਤੋਂ ਹੀ ਇੰਤਜ਼ਾਮ ਕਰਨੇ ਚਾਹੀਦੇ ਨੇ। ਸਾਨੂੰ ਦੇਖਣਾ ਚਾਹੀਦਾ ਕਿੱਦਾਂ ਦੀ ਬਿਮਾਰੀ ਆ ਰਹੀ ਆ, ਕਿਵੇਂ ਹੋ ਰਹੀ ਆ, ਕਿੱਦਾਂ ਫੈਲੀ ਆ, ਕਾਰਨ ਕੀ ਸੀ, ਕਿੱਥੋਂ ਆਈ ਆ। ਸੋ ਜੇ ਆਪਾਂ ਦੇਖਣ 'ਚ ਗੱਲ ਆਈਏ, ਚਾਈਨਾ 'ਚੋਂ ਖਿੰਡੀ ਅਮਰੀਕਾ 'ਚੋਂ ਚੱਲੀ ਸੀ ਇਹ ਪਹਿਲਾਂ। ਚਾਈਨਾ 'ਚੋਂ ਖਿੰਡੀ ਪੂਰੀ ਦੁਨੀਆ 'ਚ ਹੋਈ ਅਤੇ ਉੱਥੇ ਕੁਝ ਦਿਨ ਰਹਿ ਕੇ ਜਾਂ ਕੁਛ ਮਹੀਨੇ ਰਹਿ ਕੇ ਉਸ ਤੋਂ ਬਾਅਦ ਕਿਤੇ ਵੀ ਨਹੀਂ ਗਈ। ਉਹ ਚਾਈਨਾ ਦੇ ਹੀ ਹੋਰ ਸ਼ਹਿਰਾਂ ਜਾਂ ਸੂਬਿਆਂ ਦੇ ਵਿੱਚ ਵੀ ਨਹੀਂ ਗਈ। ਦੂਜੀ ਗੱਲ ਕਰਦੇ ਹਾਂ ਵੀ ਇਸ ਦਾ 10 ਸਾਲ ਪਹਿਲਾਂ ਹੀ ਪਤਾ ਕਿਵੇਂ ਲੱਗ ਗਿਆ ਸੀ। ਕਾਉਂਟਾਂਗੇਨ ਨਾਂ ਦੀ, ਸ਼ਾਇਦ ਮੈਨੂੰ ਨਾਮ ਦਾ ਜ਼ਿਆਦਾ ਪਤਾ ਨਹੀਂ ਹੈਗਾ, ਕਾਉਂਟਾਂਗੇਨ ਨਾਮ ਦੀ ਇੱਕ ਮੂਵੀ ਆਈ ਸੀ, ਉਹਦੇ ਵਿੱਚ ਸੇਮ ਡਿਟੋ ਇੱਦਾਂ ਦੀ ਕਾਪੀ ਦਿਖਾਈ ਗਈ ਆ, ਕਿੱਦਾਂ ਦਾ ਵਾਇਰਸ ਹੁੰਦਾ ਅਤੇ ਉਹ ਕਿੱਦਾਂ ਉਹਨੂੰ ਅੱਗੇ ਫੈਲਦਾ ਅਤੇ ਕਿੱਦਾਂ ਪੂਰੀ ਬੋਡੀ ਨੂੰ ਕਵਰ ਕਰਕੇ ਇਲਾਜ ਕੀਤਾ ਜਾਂਦਾ। ਤਾਂ ਸੋਚਣ ਵਾਲੀ ਗੱਲ ਇਹ ਆ ਵੀ ਉੱਦਾਂ ਦੀ ਹਾਲਾਤ ਹੁਣ ਬਣੇ ਸੀ ਤਾਂ ਇਹ 10 ਸਾਲ ਪਹਿਲਾਂ ਹੀ ਕਿਵੇਂ ਪਤਾ ਲੱਗ ਗਏ। ਮੇਨ ਗੱਲ ਇਹ ਆ ਸੋਚਣ ਵਾਲੀ। ਅਤੇ ਦੂਜੀ ਗੱਲ ਇਹ ਆ, ਕੈਂਸਰ ਇੰਨੇ ਭਿਆਨਕ ਬਿਮਾਰੀ ਆ ਜਾਂ ਪੁਰਾਣੀ ਬਿਮਾਰੀ ਆ, ਇਸ ਦਾ ਤਾਂ ਇਲਾਜ ਹਜੇ ਤੱਕ ਲੱਭਿਆ ਨਹੀਂ ਗਿਆ ਅਤੇ ਇਹਨਾਂ ਨੇ ਵੈਕਸੀਨ ਕਿੱਦਾਂ ਤਿਆਰ ਕਰ ਲਈ ਆ। ਇਲਾਜ ਲੱਭ ਲਿਆ ਜਾਂ ਵੈਕਸੀਨ ਤਿਆਰ ਕਰ ਲਈ, ਕਿੱਦਾਂ ਇਹਨਾਂ ਨੂੰ ਇੰਨਾ ਜਲਦੀ ਪਤਾ ਲੱਗ ਗਿਆ। ਦੂਜੀ ਗੱਲ ਇਹ ਆ ਕਿ ਸਾਨੂੰ ਕਿਉਂ ਨਹੀਂ ਇਹਨਾਂ ਚੀਜ਼ਾਂ ਬਾਰੇ ਜਾਣਕਾਰੀ, ਕਿਵੇਂ ਯੂਰਪ ਦੇਸ਼ਾਂ ਨੇ ਇਸ ਨੂੰ ਕੰਟਰੋਲ ਕਰ ਲਿਆ ਜਾਂ ਚਾਈਨਾ ਨੇ ਕੰਟਰੋਲ ਕਰ ਲਿਆ, ਏਸ਼ੀਆ ਮੁਲਕਾਂ ਨੇ ਕਿੱਦਾਂ ਕੰਟਰੋਲ ਕਰ ਲਿਆ ਅਤੇ ਸਾਥੋਂ ਕਿਉਂ ਨਹੀਂ ਕੰਟਰੋਲ ਹੋਇਆ। ਅਸੀਂ ਸ਼ਾਇਦ ਕਿਸੇ ਜਾਤ ਪਾਤ ਨਹੀਂ, ਅਸੀਂ ਜਾਤਾਂ ਪਾਤਾਂ ਦੇ ਵਿੱਚ ਫਸੇ ਹੋਏ ਹਾਂ। ਸਾਨੂੰ ਇਹਨਾਂ ਚੀਜ਼ਾਂ ਬਾਰੇ ਰੱਤੀ ਪਰ ਵੀ ਪਤਾ ਨਹੀਂ, ਨਾ ਹੀ ਫਰਕ ਪੈਂਦਾ। ਚੌਥੀ ਗੱਲ ਇਹ ਆ ਵੀ ਕੋਵਿਡ-19 ਚਲੋ ਆ ਗਿਆ ਚਲਾ ਗਿਆ, ਪਹਿਲੇ ਹੱਲੇ 'ਚ ਇਹਨੇ ਕੁਛ ਨਹੀਂ ਕੀਤਾ, ਸੈਕਿੰਡ ਵਾਰ 'ਚ ਇਸ ਨੇ ਆਪਾਂ ਨੂੰ ਆਪਣੀ ਲਪੇਟ 'ਚ ਲਿਆ। ਆਪਣੀ ਲਪੇਟ ਦੇ ਵਿੱਚ ਉਦੋਂ ਹੀ ਲਿਆ ਜਦੋਂ ਵੈਦਰ ਚੇਂਜ ਹੋ ਰਿਹਾ ਸੀਗਾ, ਰੁੱਤ ਚੇਂਜ ਹੋ ਰਹੀ ਸੀ। ਹਰ ਵਾਰੀ ਇੱਦਾਂ ਹੀ ਬਿਮਾਰੀਆਂ ਜਾਂ ਇੱਦਾਂ ਦਾ ਫਲੂ ਥੋੜ੍ਹਾ ਬਹੁਤਾ ਆਉਂਦਾ ਗਾ, ਜਿਸ ਨੂੰ ਟਾਈਫਾਈਡ ਵੀ ਕਹਿ ਦਿੰਦੇ ਸੀ। ਲੋਕ 10-10 ਦਿਨ ਬਿਮਾਰ ਰਹਿੰਦੇ ਸੀ ਅਤੇ ਦਵਾਈਆਂ ਲੈਂਦੇ ਸੀ, ਬਹੁਤਾ ਹੋਆ ਨਹੀਂ ਸੀਗਾ, ਖਬਰਾਂ ਵਗੈਰਾ ਦੇਖਦੇ ਨਹੀਂ ਸੀ, ਇੰਨਾ ਡਰ ਨਹੀਂ ਸੀ ਅਤੇ ਉਹ ਠੀਕ ਹੋ ਜਾਂਦੇ ਸੀ। ਕੁਛ ਲੋਕ ਮਰ ਜਾਂਦੇ ਸੀ ਅਤੇ ਉਹਨਾਂ ਬਾਰੇ ਆਪਾਂ ਨੂੰ ਪਤਾ ਨਹੀਂ ਲੱਗਦਾ ਸੀ।
ਜਦੋਂ ਹੁਣ ਕੱਲੀ ਗਿਣਤੀ ਬਾਰੇ ਪਤਾ ਲੱਗਦਾ ਵੀ ਕਿੱਥੇ ਕੌਣ ਮਰ ਗਿਆ, ਅਤੇ ਸੇਮ ਇਹਨਾਂ ਚੀਜ਼ਾਂ ਨਾਲ ਹੀ ਮਰਿਆ, ਸੇਮ ਤਾਂ ਮਰਨਾ ਹੀ ਆ। ਜਦੋਂ ਚੀਜ਼ ਇੱਕ ਚੱਲੀ ਹੋਈ ਆ, ਟਾਈਫਾਈਡ ਚੱਲਿਆ ਹੋਇਆ ਸੀਗਾ ਜਾਂ ਕੁਛ ਵੀ ਲਾ ਲਓ, ਜਾਂ ਕੋਈ ਇੱਦਾਂ ਦਾ ਬਿਮਾਰ ਹੋਣਾ 5-5 ਦਿਨ 7-7 ਦਿਨ, ਕਾਂਬੇ ਦਾ ਬੁਖਾਰ ਚੜ੍ਹਨਾ, ਅਤੇ ਇੱਦਾਂ ਹੀ ਸਾਰਾ ਕੁਛ। ਅਤੇ ਹੁਣ ਥੋੜ੍ਹਾ ਇਹਨਾਂ ਵਿੱਚ ਫ਼ਰਕ ਪੈ ਗਿਆ, ਕਿਉਂਕਿ ਜਿਉਂ ਅਸੀਂ ਤਰੱਕੀ ਕਰਦੇ ਜਾਂਦੇ ਹਾਂ ਤਿਉਂ ਸਾਨੂੰ ਕੁਛ ਨਾ ਕੁਛ ਹੋਰ ਵੀ ਸਾਨੂੰ ਘੇਰ ਰਹੇ ਨੇ, ਬਿਮਾਰੀਆਂ ਘੇਰ ਰਹੀਆਂ ਨੇ, ਜਿਨ੍ਹਾਂ ਦਾ ਕਦੇ ਨਾਂ ਵੀ ਨਹੀਂ ਸੁਣਿਆ ਹੋਣਾ। ਮੱਝਾਂ ਨੂੰ ਕਦੇ ਅਟੈਕ ਨਹੀਂ ਸੁਣਿਆ ਸੀ, ਮੱਝਾਂ ਵੀ ਇੱਦਾਂ ਹੀ ਡਿੱਗ ਪੈਂਦੀਆਂ ਨੇ, ਕੁਛ ਪਤਾ ਵੀ ਨਹੀਂ ਲੱਗਦਾ ਹੈਗਾ, ਇੱਕੋ ਝਟਕੇ ਦੇ ਵਿੱਚ ਮੌਤ। ਸੋ ਗੱਲ ਇਹੀ ਕਰਦੇ ਹਾਂ ਆਪਾਂ ਨੂੰ ਪਤਾ ਹੋਣ ਦੇ ਨਾਤੇ ਵੀ ਅਸੀਂ ਗੌਰ ਨਹੀਂ ਕੀਤੀ ਸਾਡੀਆਂ ਸਰਕਾਰਾਂ ਨੇ। ਅਤੇ ਅੱਜ ਤੋਂ 3 ਸਾਲ ਪਹਿਲਾਂ ਕਿ ਮੈਂ ਬਰਾਂਚ ਦੇ ਵਿੱਚ ਕੰਮ ਕਰਦਾ ਸੀ HDFC ਦੀ 'ਚ, ਮੇਰੇ ਕਦੇ ਸੈੱਲ ਨਹੀਂ ਘਟੇ ਸੀ। ਤਾਂ ਉੱਥੇ ਸਾਰਿਆਂ ਦੇ ਇੱਕ ਕਰਕੇ ਸੈੱਲ ਘਟਦੇ ਗਏ, 12 ਕਿਸੇ ਦੇ 10 ਦਿਨਾਂ ਦਾ ਗੈਪ ਪਿਆ। ਉਸ ਤੋਂ ਬਾਅਦ ਮੇਰੇ ਵੀ ਘਟ ਗਏ, ਸਾਡਾ ਬ੍ਰਾਂਚ ਮੈਨੇਜਰ ਦਾਖਲ ਵੀ ਹੋਇਆ, ਉਹਨੂੰ ਐਡਮਿਟ ਕਰਨਾ ਪਿਆ। ਉਦੋਂ ਡਰ ਨਹੀਂ ਸੀ ਕੋਈ ਵੀ, ਕਰੋਨਾ ਦਾ ਕੋਈ ਨਾਂ ਹੀ ਨਹੀਂ ਸੀਗਾ, ਤਾਂ ਸਾਰੇ ਠੀਕ ਹੋ ਗਏ। ਅਤੇ ਅੱਜ ਕੱਲ੍ਹ ਵੀ ਸੈੱਲ ਘਟਦੇ ਦੇਖਦੇ। ਸੋ ਸਾਨੂੰ ਗੌਰ ਕਰਨੀ ਚਾਹੀਦੀ ਆ ਜਦੋਂ ਸੈੱਲ ਘਟ ਜਾਂਦੇ ਆ। ਅਤੇ ਫਲ ਫਰੂਟ ਖਾਣੇ ਚਾਹੀਦੇ ਨੇ, ਜ਼ਿਆਦਾ ਤੋਂ ਜ਼ਿਆਦਾ ਫਲ ਫਰੂਟ, ਚਾਹ ਚੂਹ ਛੱਡ ਕੇ। ਸਵੇਰੇ ਆਪਣੇ ਵਜਨ ਮੁਤਾਬਕ, ਜਿੱਦਾਂ ਤੁਹਾਡਾ 60 ਕਿਲੋ ਵੇਟ ਆ ਤਾਂ 7 ਨਾਲ ਕਰ ਲਓ, 7 ਸੀ 42, 420 ਗ੍ਰਾਮ ਫਰੂਟ ਖਾਓ। ਦੁਪਹਿਰ ਦੇ ਟਾਈਮ ਖਾਓ ਸਲਾਦ ਵਗੈਰਾ, ਸਲਾਦ 5 ਨਾਲ ਗੁਣਾ ਕਰ ਲਓ, ਜਿਵੇਂ 7 5 35 350 ਗ੍ਰਾਮ। ਇੱਦਾਂ ਡੇਲੀ ਖਾਂਦੇ ਰਹੋ, 20 ਦਿਨ ਖਾਓ। ਤੁਹਾਡੇ ਕੋਲ ਵਾਇਰਸ ਕੀ, ਕੋਈ ਜਿਹੜੀ ਚੰਗੀ ਬਿਮਾਰੀ ਮੰਨੀ ਜਾਂਦੀ ਹੈ ਉਹ ਵੀ ਨਹੀਂ ਤੁਹਾਡੇ ਕੋਲ ਖੜੂਗੀ। ਪਰ ਨਾਲ ਟੈਸਟ ਕਰਾਉਂਦੇ ਰਹੋ, ਇਨਫੈਕਸ਼ਨ ਦੀਆਂ ਦਵਾਈਆਂ ਲੈਂਦੇ ਰਹੋ, ਚੰਗੀ ਖੁਰਾਕ ਖਾਓ। ਧੰਨਵਾਦ। ਅਗਲੀ ਵੀਡੀਓ 'ਚ ਮਿਲਾਂਗੇ ਪੂਰੀ ਡਿਟੇਲ ਲਈ। ਥੈਂਕ ਯੂ।